ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ। ਛੁੱਟੇ ਤਿਲ ਬੁਆੜ ਜਿਉ, ਸੁੰਨੇ ਅੰਦਰ ਖੇਤ। ਖੇਤਾਂ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾਹ। ਫਲੀਐ ਫੁਲੀਐ ਬੱਪੁੜੇ, ਭੀ ਤਨ ਵਿੱਚ ਸੁਆ। ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਕਿਰਪਾ ਨਿਧਾਨ ਜਗਤ ਗੁਰੂ, ਤਖਤ ਚਵਰ ਛਤਰ ਕੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਰੂਪ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਇਸ ਭਾਗਾ ਸਮਾਂ ਪਾਵਨ ਗੁਰਬਾਣੀ ਦੀ ਵਿਚਾਰ ਕਰਨ ਦਾ ਪ੍ਰਾਪਤ ਹੋਇਆ ਹੈ। ਸੋ ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਇੱਕ ਇੱਕ ਪਾਵਨ ਬਚਨ ਨੂੰ ਪੂਰੇ ਧਿਆਨ ਦੇ ਨਾਲ ਸਰਵਣ ਕਰਕੇ ਮਨ ਦੇ ਵਿੱਚ ਵਸਾਉਣ ਦਾ ਯਤਨ ਕਰੀਏ। ਸੋ ਅੱਜ ਦੇ ਜਿਸ ਪਾਵਨ ਸ਼ਬਦ ਦੇ ਆਪਾਂ ਪਾਠ ਸਰਵਣ ਕੀਤੇ ਹਨ, ਇਹ ਪਾਵਨ ਸ਼ਬਦ ਆਸਾ ਰਾਗ ਦੀ ਵਾਰ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਤੇ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 463 ਦੇ ਉੱਪਰ ਸੁਭਾਏਮਾਨ ਹੈ। ਇਸ ਸ਼ਬਦ ਦੇ ਰਾਹੀਂ ਜਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਕ ਤਿਲ ਦੇ ਪੌਦੇ ਦੀ ਉਦਾਹਰਨ ਦਿੰਦੇ ਹੋਏ ਪੂਰੀ ਮਨੁੱਖਤਾ ਨੂੰ ਉਪਦੇਸ਼ ਦਿੰਦੇ ਹਨ ਕਿ ਜੋ ਮਨੁੱਖ ਹਮੇਸ਼ਾ ਮਨ ਦੇ ਵਿੱਚ ਚਲਾਕੀਆਂ ਤੇ ਚਤੁਰਾਈਆਂ ਵਸਾ ਕੇ ਰੱਖਦੇ ਹਨ ਤੇ ਜੀਵਨ ਦੇ ਵਿੱਚ ਕੋਈ ਵੀ ਕੰਮ ਗੁਰੂ ਦੇ ਦੱਸੇ ਹੋਏ ਰਾਹ 'ਤੇ ਚੱਲ ਕੇ ਜਾਂ ਗੁਰੂ ਦੇ ਦੱਸੇ ਹੋਏ ਗਿਆਨ 'ਤੇ ਚੱਲ ਕੇ ਨਹੀਂ ਕਰਦੇ, ਉਹ ਮਨੁੱਖ ਗੁਰੂ ਤੋਂ ਬੇਮੁਖ ਹੋਏ ਲੋਕ ਸੰਸਾਰ ਦੇ ਵਿੱਚ ਤਰੱਕੀ ਤਾਂ ਕਰਦੇ ਹਨ, ਸੰਸਾਰਕ ਤਰੱਕੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਫਲਾਨਾ ਬੰਦਾ ਕੋਈ ਵੀ ਜੀਵਨ ਦੇ ਵਿੱਚ ਚੰਗਾ ਕੰਮ ਨਹੀਂ ਕਰਦਾ, ਪਰ ਫਿਰ ਵੀ ਉਹ
ਸੰਸਾਰਕ ਤੌਰ 'ਤੇ ਬਹੁਤ ਤਰੱਕੀ ਕਰ ਰਿਹਾ ਹੈ, ਧਨ ਦੌਲਤ ਬਹੁਤ ਕਮਾ ਰਿਹਾ ਹੈ, ਸਮਾਜ ਦੇ ਵਿੱਚ ਅਹੁਦੇ ਵੀ ਕਮਾ ਰਿਹਾ ਹੈ ਅਤੇ ਸਮਾਜ ਦੇ ਵਿੱਚ ਕਾਫੀ ਆਪਣੇ ਉਸਨੇ ਰੁਤਬੇ ਵੀ ਬਣਾਏ ਹੋਏ ਹਨ। ਪਰ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਮਝਾ ਰਹੇ ਨੇ ਕਿ ਭਾਈ, ਗੁਰੂ ਤੋਂ ਬੇਮੁਖ ਹੋਇਆ ਮਨੁੱਖ, ਸੱਚੇ ਗਿਆਨ ਤੋਂ ਵਾਂਝਾ ਮਨੁੱਖ, ਸਾਨੂੰ ਦੇਖਣ ਦੇ ਵਿੱਚ ਲੱਗਦਾ ਹੈ ਕਿ ਸੰਸਾਰਕ ਤੌਰ 'ਤੇ ਬਹੁਤ ਧਨ ਦੌਲਤ ਜਾਂ ਸੁੱਖ ਸਾਧਨ ਇਕੱਠੇ ਕਰ ਰਿਹਾ ਹੈ, ਵੀ ਬਹੁਤ ਫਲ ਫੁੱਲ ਰਿਹਾ ਹੈਗਾ। ਪਰ ਗੁਰੂ ਸਾਹਿਬ ਕਹਿੰਦੇ ਭਾਈ, ਅਸਲ ਦੇ ਵਿੱਚ ਸਾਖਤ ਮਨੁੱਖ ਦੇ ਅੰਦਰ ਚਤਰਾਈਆਂ ਭਾਵੇਂ ਜਿੰਨੀਆਂ ਮਰਜ਼ੀ ਹੋਣ, ਪਰ ਉਹ ਆਤਮਿਕ ਤੌਰ 'ਤੇ ਸੁਖੀ ਨਹੀਂ ਹੋ ਸਕਦਾ। ਆਤਮਿਕ ਤੌਰ 'ਤੇ ਉਸ ਮਨੁੱਖ ਦੇ ਅੰਦਰ ਔਗਣਾਂ ਦੀ ਸਵਾਹ ਭਰੀ ਹੁੰਦੀ ਹੈ, ਬੁਰਾਈਆਂ ਦੀ ਸਵਾਹ ਭਰੀ ਹੁੰਦੀ ਹੈ, ਵਿਸ਼ੇ ਵਿਕਾਰਾਂ ਦੀ ਸਵਾਹ ਭਰੀ ਹੁੰਦੀ ਆ। ਜਿਸ ਤਰ੍ਹਾਂ ਆਪਾਂ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਪੜ੍ਹਦੇ ਹਾਂ, ਚਤਰਾਈ ਨਾ ਚਤੁਰਭੁਜ ਪਾਈਐ, ਕਿ ਬਹੁਤ ਭੁਜਾਵਾਂ ਵਾਲੇ ਉਸ ਮਾਲਕ ਪਰਮੇਸ਼ਰ ਨੂੰ ਮਨ ਦੀਆਂ ਚਤੁਰਾਈਆਂ ਦੇ ਨਾਲ ਜਾਂ ਕਿਸੇ ਧਨ ਦੌਲਤ ਦੇ ਨਾਲ ਨਹੀਂ ਪਾਇਆ ਜਾ ਸਕਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਿਉਣਾ ਬਰੋਬਰ ਤੋਲ ਕੇ ਵੀ ਪ੍ਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ, ਰੱਬੀ ਗੁਣਾਂ ਨੂੰ ਪਾਇਆ ਨਹੀਂ ਜਾ ਸਕਦਾ। ਇਹ ਤਾਂ ਮਨ ਨੂੰ ਦੇ ਕੇ ਪ੍ਰਮਾਤਮਾ ਨੂੰ ਮੁੱਲ ਲੈਣਾ ਪੈਂਦਾ ਹੈ, ਆਪਣਾ ਮਨ ਅਰਪਣ ਕਰਕੇ। ਜਿਸ ਤਰ੍ਹਾਂ ਚੌ ਬੋਲੇ ਸਰਲੇਖ ਦੀ ਪਾਵਨ ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸ਼ਲੋਕ ਹੈ, ਸੰਮਣ ਜਉ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੁਤੇ ਸੋ ਰੰਕ ਨ ਹੈ ਜੈਨ ਸਿਰ ਦੀਨੇ ਕਾਟ। ਕਿ ਭਾਈ, ਜੇ ਪ੍ਰਮਾਤਮਾ ਚਤਰਾਈ ਦੇ ਨਾਲ ਜਾਂ ਕਿਸੇ ਦਾਮ ਦੇ ਨਾਲ, ਪੈਸੇ ਦੇ ਨਾਲ, ਧਨ ਦੌਲਤ ਦੇ ਨਾਲ, ਕੁਝ ਦਾਨ ਪੁੰਨ ਕਰਨ ਦੇ ਨਾਲ ਜਾਂ ਕੁਝ ਅਰਪਣ ਕਰਨ ਦੇ ਨਾਲ ਮਿਲਦਾ ਹੋਵੇ, ਫਿਰ ਰਾਵਣ ਵਰਗੇ ਕੋਈ ਕੰਗਾਲ ਨਹੀਂ ਸੀ। ਬਹੁਤ ਧਨ ਦੌਲਤ, ਸੋਨੇ ਪ੍ਰਾਪਰਟੀ ਦੇ ਮਾਲਕ ਰਾਜੇ ਮਹਾਰਾਜੇ ਸਨ। ਫਿਰ ਰਾਵਣ ਵਰਗਿਆਂ ਨੂੰ ਆਪਣਾ ਇਸ਼ਟ ਖੁਸ਼ ਕਰਨ ਦੇ ਲਈ ਆਪਣਾ ਸਿਰ ਕੱਟ ਕੇ ਅਰਪਣ ਨਾ ਕਰਨਾ ਪੈਂਦਾ, ਉਹ ਵੀ ਧਨ ਦੌਲਤ ਦੇ ਨਾਲ ਹੀ ਸਭ ਕੁਝ ਪ੍ਰਾਪਤ ਕਰ ਲੈਂਦੇ। ਭਾਵ ਕਿ ਪ੍ਰਮਾਤਮਾ ਨੂੰ ਚਤਰਾਈ ਦੇ ਨਾਲ ਜਾਂ ਬਾਹਰ ਦੀ ਤਰੱਕੀ ਦੇ ਨਾਲ ਨਹੀਂ ਪਾਇਆ ਜਾ ਸਕਦਾ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ। ਆਨੰਦ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਇਹ ਮੇਰੇ ਚੰਚਲ ਮਨਾ, ਮਾਲਕ ਪਰਮੇਸ਼ਰ ਨੂੰ, ਉਸ ਦੇ ਗੁਣਾਂ ਨੂੰ ਚਤਰਾਈ ਦੇ ਨਾਲ ਅੱਜ ਤੱਕ ਕਿਸੇ ਨੇ ਵੀ ਨਹੀਂ ਪਾਇਆ। ਤਨ ਮਨ ਅਰਪੋਂ ਪੂਜ ਚੜਾਵੋਂ, ਗੁਰ ਪ੍ਰਸਾਦ ਨਰਿੰਜਨ ਪਾਵੋਂ। ਭਗਤ ਰਵਿਦਾਸ ਜੀ, ਭਗਤ ਰਵਿਦਾਸ ਜੀ ਦਾ ਫਰਮਾਨ ਹੈ ਕਿ ਆਪਣਾ ਤਨ ਤੇ ਮਨ ਉਸ ਦੇ ਅੱਗੇ ਅਰਪਣ ਕਰ ਦਈਏ, ਫਿਰ ਗੁਰੂ ਦੀ ਕਿਰਪਾ ਦੇ ਦੁਆਰਾ, ਗੁਰੂ ਦੇ ਦੱਸੇ ਹੋਏ ਗਿਆਨ ਦੇ ਦੁਆਰਾ ਕਾਲਖ ਤੋਂ ਰਹਿਤ ਉਸ ਨਿਰੰਜਨ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸੋ ਅੱਜ ਦੇ ਪਾਵਨ ਸ਼ਬਦ ਦੀ ਪਹਿਲੀ ਪੰਕਤੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ, ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਕਿ ਜੋ ਮਨੁੱਖ
ਗੁਰੂ ਨੂੰ, ਸੱਚੇ ਗਿਆਨ ਨੂੰ ਚੇਤੇ ਨਹੀਂ ਕਰਦੇ ਤੇ ਆਪਣੇ ਆਪ ਦੇ ਵਿੱਚ ਚਤਰ ਤੇ ਚਲਾਕ ਬਣੇ ਹੋਏ ਹਨ। ਮਨ ਆਪਣੇ ਸੁਚੇਤ, ਆਪਣੇ ਆਪ ਦੇ ਮਨ ਦੇ ਵਿੱਚ ਹੀ ਚਤਰ ਤੇ ਚਲਾਕ ਬਣੇ ਹੋਏ ਹਨ। ਸੱਚੇ ਗਿਆਨ ਦੇ ਨਾਲ, ਗੁਰੂ ਦੇ ਦੱਸੇ ਹੋਏ ਰਸਤੇ ਦੇ ਨਾਲ ਜਿਨ੍ਹਾਂ ਮਨੁੱਖਾਂ ਦਾ ਕੋਈ ਵਾਹ ਵਾਸਤਾ ਨਹੀਂ, ਤੇ ਉਹਨਾਂ ਦਾ ਫਿਰ ਜੀਵਨ ਕਿਹੋ ਜਿਹਾ ਹੁੰਦਾ ਹੈ? ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ। ਉਹਨਾਂ ਮਨੁੱਖਾਂ ਦਾ ਹਾਲ ਫਿਰ ਜਿਵੇਂ ਸੁੰਨੇ ਖੇਤ ਦੇ ਵਿੱਚ ਸੜੇ ਹੋਏ ਬੁਆੜ ਤਿਲ, ਜਿਨ੍ਹਾਂ ਦੇ ਅੰਦਰੋਂ ਬਦਬੂ ਆ ਰਹੀ ਹੈ, ਉਹ ਤਿਲ ਫਿਰ ਖੜੇ ਰਹਿ ਜਾਂਦੇ ਹਨ। ਇਸ ਤਰ੍ਹਾਂ ਫਿਰ ਆਤਮਿਕ ਤੌਰ 'ਤੇ ਉਹ ਮਨੁੱਖ ਇਕੱਲੇ ਹੀ ਰਹਿ ਜਾਂਦੇ ਹਨ। ਹੁਣ ਬੁਆੜ ਤਿਲ ਕੀ ਹੈ ਤੇ ਖੇਤ ਦੇ ਵਿੱਚ ਇਕੱਲਾ ਕਿਵੇਂ ਰਹਿ ਜਾਂਦਾ ਹੈ? ਕਿਸਾਨ ਤਿਲਾਂ ਦੀ ਖੇਤੀ ਕਰਦਾ ਹੈ, ਫਸਲ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਫਸਲ ਪੱਕ ਕੇ ਤਿਆਰ ਹੋ ਜਾਂਦੀ ਆ। ਹੁਣ ਦੇਖਣ ਦੇ ਵਿੱਚ ਸਾਰੀ ਤਿਲਾਂ ਦੀ ਫਸਲ ਇੱਕੋ ਜਿਹੀ ਹੈ, ਸਾਰੇ ਤਿਲ ਹਰੇ ਭਰੇ ਆ, ਪੌਦੇ ਵੀ ਬੜੇ ਵਧੇ ਫੁੱਲੇ ਹੋਏ ਹਨ। ਪਰ ਜਦੋਂ ਕਿਸਾਨ ਉਹਨਾਂ ਤਿਲਾਂ ਦੀ ਕਟਾਈ ਕਰਦਾ ਹੈ ਤੇ ਵਿੱਚ ਜਿਹੜੇ ਦੇਖਣ ਦੇ ਵਿੱਚ ਤਾਂ ਬਹੁਤ ਵਧੀਆ ਲੱਗਦੇ ਨੇ, ਪਰ ਜਦੋਂ ਉਹਨਾਂ ਤਿਲਾਂ ਨੂੰ ਵੱਢਣਾ ਸ਼ੁਰੂ ਕਰਦਾ ਹੈ ਤੇ ਵਿੱਚ ਕੁਝ ਕੁ ਤਿਲ ਹੈ ਜਿਹੜੇ ਉਹ ਕਾਂਗਿਆਰੀ ਵਾਲੇ ਤਿਲ ਹਨ, ਜਿਨ੍ਹਾਂ ਦੇ ਫਲੀਆਂ ਦੇ ਅੰਦਰ ਸਵਾਹ ਭਰੀ ਹੋਈ ਹੈ ਤੇ ਕਾਲਸ ਭਰੀ ਹੋਈ ਹੈ। ਦੇਖਣ ਦੇ ਲਈ ਲੱਗਦਾ ਵੀ ਇਹ ਤਿਲਾਂ ਦਾ ਪੌਦਾ ਦੂਜੇ ਪੌਦਿਆਂ ਤੋਂ ਵੀ ਜ਼ਿਆਦਾ ਵਧਿਆ ਫੁੱਲਿਆ ਹੈ ਤੇ ਇਹਦੇ ਅੰਦਰ ਜਿਹੜੇ ਤਿਲ ਹੈ ਉਹ ਬਹੁਤ ਵਧੀਆ ਹੋਣਗੇ, ਪਰ ਅਸਲ ਦੇ ਵਿੱਚ ਉਹ ਤਿਲਾਂ ਦਾ ਪੌਦਾ ਕਾਂਗਿਆਰੀ ਦੇ ਨਾਲ ਭਰਿਆ ਹੋਇਆ ਹੈ। ਜਦੋਂ ਕਿਸਾਨ ਹੁਣ ਫਲੀ ਨੂੰ ਹੱਥ ਲਾਉਂਦਾ ਹੈ ਤੇ ਹੱਥ ਹੈ ਜਿਹੜਾ ਸਾਰਾ ਕਾਂਗਿਆਰੀ ਦੇ ਨਾਲ, ਕਾਲਖ ਸਵਾਹ ਦੇ ਨਾਲ ਭਰ ਜਾਂਦਾ ਹੈ। ਹੁਣ ਦੇਖਣ ਦੇ ਵਿੱਚ ਤਾਂ ਬਾਕੀ ਦੀ ਤਿਲਾਂ ਦੀ ਫਸਲ ਵਰਗਾ ਹੀ ਲੱਗਦਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਭਾਈ, ਜਦੋਂ ਕਿਸਾਨ ਹੁਣ ਤਿਲਾਂ ਦੀ ਖੇਤੀ ਨੂੰ ਕੱਟਦਾ ਹੈ, ਬਾਕੀ ਸਾਰਾ ਖੇਤ ਕੱਟ ਲਿਆ ਜਾਂਦਾ ਹੈ ਤੇ ਜਿਹੜੇ ਕੁਝ ਕੁ ਪੌਦੇ ਕਾਂਗਿਆਰੀ ਵਾਲੇ ਆ, ਸਵਾਹ ਨਾਲ ਭਰੇ ਹੋਏ ਆ, ਉਹ ਖੜੇ ਰਹਿ ਜਾਂਦੇ ਆ ਖਾਲੀ ਖੇਤ ਦੇ ਵਿੱਚ। ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਹੁਣ ਜਿਹੜਾ ਖੇਤ ਦੇ ਵਿੱਚ ਕਾਂਗਿਆਰੀ ਵਾਲਾ ਬੁਆੜ ਤਿਲ ਰਹਿ ਗਿਆ, ਜਿਹਦੇ ਅੰਦਰ ਸਵਾਹ ਭਰੀ ਹੋਈ ਆ ਤੇ ਬਦਬੂ ਮਾਰਦੀ ਆ, ਹੁਣ ਉਹਦਾ ਮਾਲਕ ਕੋਈ ਨਹੀਂ ਰਿਹਾ, ਕਿਉਂਕਿ ਜੋ ਖੇਤ ਦਾ ਮਾਲਕ ਸੀ ਉਹਨੇ ਚੰਗੀ ਚੰਗੀ ਫਸਲ ਨੂੰ ਵੱਢ ਲਿਆ ਹੈਗਾ, ਪ੍ਰਾਪਤ ਕਰ ਲਿਆ ਹੈ, ਤੇ ਜੋ ਕਾਂਗਿਆਰੀ ਵਾਲੀ ਫਸਲ ਹੈ, ਸਵਾਹ ਵਾਲੇ ਤਿਲ ਹੈ, ਹੁਣ ਉਹਨਾਂ ਦਾ ਮਾਲਕ ਕੋਈ ਨਹੀਂ ਰਿਹਾ। ਕਹੋ ਨਾਨਕ ਸੋ ਨਾ। ਹੁਣ ਉਸ ਕਾਂਗਿਆਰੀ ਵਾਲੇ ਤਿਲ ਦੇ ਪੌਦੇ ਦਾ 100 ਖਸਮ ਬਣ ਗਿਆ, 100 ਮਾਲਕ ਬਣ ਗਿਆ। ਉਹ ਕਿਵੇਂ? ਜਦੋਂ ਹੀ ਕੋਈ ਉੱਥੋਂ ਦੀ ਲੰਘਦਾ ਹੈ, ਹਰੇਕ ਉਹਦੇ ਪੱਤਿਆਂ ਨੂੰ ਸੂਤਾ ਮਾਰਦਾ ਹੈ, ਕੋਈ ਪੱਟ ਕੇ ਸਿੱਟ ਜਾਂਦਾ ਹੈ, ਕੋਈ ਪਸ਼ੂਆਂ ਨੂੰ ਚਰਾਉਂਦਾ ਹੈ। ਹੁਣ ਰੋਕਣਾ ਟੋਕਣਾ ਤਾਂ ਕਿਸੇ ਨੇ ਹੈ ਹੀ ਨਹੀਂ, ਕਿਉਂਕਿ ਉਹ ਤਾਂ ਨਿਖਸਮ ਹੈ, ਉਹ ਤਾਂ ਮਾਲਕ ਤੋਂ ਬਿਨਾਂ ਹੈ। ਉਹਦੇ ਅੰਦਰ ਤਾਂ ਕਾਂਗਿਆਰੀ ਭਰੀ ਹੋਈ ਹੈ, ਸਵਾਹ ਭਰੀ ਹੋਈ ਹੈ। ਫਲੀਆ ਫੁਲੀਆ ਬੱਪੜੇ ਭੀ ਤਣ ਵਿੱਚ ਸਵਾਹ। ਹੁਣ ਉਹ ਕਾਂਗਿਆਰੀ ਵਾਲੇ ਤਿਲ ਵਿਚਾਰੇ ਫੁੱਲਦੇ ਵੀ ਆ, ਵੱਧਦੇ ਵੀ ਆ, ਫੁੱਲ ਵੀ ਲੱਗਦੇ ਆ, ਫਲ ਵੀ ਲੱਗਦੇ ਆ, ਪਰ ਉਹਨਾਂ ਦੇ ਤਣ ਦੇ ਵਿੱਚ, ਉਹਨਾਂ ਦੇ ਸਰੀਰ ਦੇ ਵਿੱਚ ਤਿਲਾਂ ਦੀ ਥਾਂ 'ਤੇ ਸਵਾਹ ਭਰੀ ਹੁੰਦੀ ਆ। ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਜੋ ਮਨੁੱਖ ਗੁਰੂ ਦੇ ਦਿੱਤੇ ਹੋਏ ਗਿਆਨ ਤੋਂ ਵਾਂਝੇ ਰਹਿ ਜਾਂਦੇ ਆ,
ਉਹਨਾਂ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਸਵਾਹ ਭਰ ਜਾਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਔਗਣ, ਵਹਿਮ, ਭਰਮ, ਆਪਦੇ ਕੀਤੇ ਹੋਏ ਗੁਨਾਹਾਂ ਦਾ ਡਰ, ਇਹ ਸਾਰੀ ਸਵਾਹ ਭਰ ਜਾਂਦੀ ਆ। ਤੇ ਗੁਰੂ ਸਾਹਿਬ ਕਹਿੰਦੇ ਭਾਈ ਉਹ ਫਿਰ ਆਤਮਿਕ ਤੌਰ 'ਤੇ ਇਕੱਲੇ ਹੀ ਰਹਿ ਜਾਂਦੇ ਹਨ। ਚਤੁਰਾਈ ਦੇ ਨਾਲ ਸਕੀਮਾਂ ਤਾਂ ਬਣਾਉਂਦੇ ਨੇ, ਧਨ ਦੌਲਤ ਪੈਸਾ ਤਾਂ ਕਮਾ ਲੈਂਦੇ ਨੇ, ਪਰ ਆਤਮਿਕ ਤੌਰ 'ਤੇ ਇਕੱਲਾਪਣ ਮਹਿਸੂਸ ਕਰਦੇ ਨੇ ਤੇ ਵਿਸ਼ੇ ਵਿਕਾਰਾਂ ਦੀ ਸਵਾਹ ਦੇ ਵਿੱਚ, ਕਾਲਖ ਦੇ ਵਿੱਚ ਆਪਣਾ ਮੂੰਹ ਕਾਲਾ ਕਰਦੇ ਹਨ। ਪਤਾ ਲੱਗਦਾ ਹੈ ਜਦੋਂ ਇਸ ਤਰ੍ਹਾਂ ਦੇ ਨਾਲ ਵਧੇ ਫੁੱਲੇ ਹੋਏ, ਤਰੱਕੀ ਕੀਤੇ ਹੋਏ ਮਨੁੱਖ ਦੇ ਨੇੜੇ ਜਾਂਦੇ ਆ, ਉਹਦੀਆਂ ਗੱਲਾਂ ਦੇ ਵਿੱਚ ਉਹਦੇ ਹੰਕਾਰ ਦੀ ਬਦਬੂ ਆਉਂਦੀ ਆ, ਉਹਦੇ ਅੰਦਰੋਂ ਹਉਮੈ ਦੀ ਬਦਬੂ ਆਉਂਦੀ ਆ, ਵਿਸ਼ੇ ਵਿਕਾਰਾਂ ਔਗਣਾਂ ਦੀ ਬਦਬੂ ਆਉਂਦੀ ਆ। ਹੁਣ ਗੁਰੂ ਸਾਹਿਬ ਕਹਿੰਦੇ ਭਾਈ ਦੇਖਣ ਦੇ ਲਈ ਤਾਂ ਲੱਗਦਾ ਹੈ ਕਿ ਇਹਨੇ ਸਮਾਜ ਦੇ ਵਿੱਚ ਬਹੁਤ ਤਰੱਕੀ ਕੀਤੀ ਆ, ਪਰ ਗੁਰੂ ਤੋਂ ਵਾਂਝਾ ਰਿਹਾ ਹੈ, ਗੁਰੂ ਦੇ ਦਿੱਤੇ ਹੋਏ ਗਿਆਨ ਅਨੁਸਾਰ ਜੀਵਨ ਨਹੀਂ ਜਿਉਇਆ ਤੇ ਇਹਦਾ ਹਾਲ ਫਿਰ ਬੁਆੜ ਤਿਲ ਵਰਗਾ ਹੋ ਗਿਆ, ਕਾਂ ਗਿਆਰੀ ਵਾਲੇ ਤਿਲਾਂ ਵਰਗਾ ਹੋ ਗਿਆ। ਦੇਖਣ ਦੇ ਲਈ ਬਹੁਤ ਚੰਗਾ ਬੰਦਾ ਲੱਗਦਾ ਹੈ, ਬਹੁਤ ਤਰੱਕੀ ਵਾਲਾ ਬੰਦਾ ਲੱਗਦਾ ਹੈ, ਬਹੁਤ ਵਧਿਆ ਫੁੱਲਿਆ ਬੰਦਾ ਲੱਗਦਾ ਹੈ, ਪਰ ਜਦੋਂ ਹੀ ਅਸੀਂ ਉਸ ਦੇ ਨਾਲ ਨੇੜਤਾ ਕਾਇਮ ਕਰਦੇ ਹਾਂ ਫਿਰ ਪਤਾ ਲੱਗਦਾ ਵੀ ਇਹਦੇ ਅੰਦਰੋਂ ਵਿਸ਼ੇ ਵਿਕਾਰਾਂ ਦੀ, ਹੰਕਾਰ ਦੀ ਕਿੰਨੀ ਬਦਬੂ ਆ ਰਹੀ ਹੈ। ਸੋ ਇਸ ਪਾਵਨ ਸ਼ਬਦ ਦੇ ਵਿੱਚੋਂ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਗਿਆਨ ਮਨ ਦੇ ਵਿੱਚ ਵਸਾ ਲਈਏ ਤੇ ਤਿਲਾਂ ਦੇ ਪੌਦੇ ਵਾਂਗੂ ਸਾਡੇ ਵੀ ਫਿਰ 100 ਖਸਮ ਨਾ ਬਣਨ, ਸਾਡਾ ਵੀ ਖਸਮ ਇੱਕੋ ਮਾਲਕ ਪਰਮੇਸ਼ਰ ਰਵੇ ਤੇ ਅਸੀਂ ਵੀ ਆਪਣੇ ਜੀਵਨ ਦੇ ਵਿੱਚੋਂ ਵਿਸ਼ੇ ਵਿਕਾਰਾਂ ਔਗਣਾਂ ਦੀ ਕਾਂ ਗਿਆਰੇ ਨੂੰ ਕੱਢ ਕੇ ਸੁੱਟ ਦਈਏ। ਇੱਕ ਗੁਣੀ ਭਰਪੂਰ ਸ਼ਖਸੀਅਤ ਬਣ ਕੇ ਸਮਾਜ ਦੇ ਵਿੱਚ ਚੰਗੇ ਕੰਮ ਕਰੀਏ ਤੇ ਗੁਰੂ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੋ ਜਾਈਏ। ਸੋ ਇੱਥੋਂ ਤੱਕ ਇਸ ਪਾਵਨ ਸ਼ਬਦ ਦੀ ਵਿਚਾਰ ਕੀਤੀ ਹੈ। ਹੋਈਆਂ ਅਨੇਕਾਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।